ਚੱਲ ਦੋਸਤੋ, ਮੈਂ ਹਾਂ ਸਵਰਨ ਸਿੰਘ ਕਹਿਣਾ। ਦੋਸਤੋ, ਪਿਛਲੇ ਲੰਮੇ ਸਮੇਂ ਤੋਂ ਨਾ ਅਸੀਂ ਇਹ ਸੁਣਦੇ ਆ ਰਹੇ ਸੀਗੇ ਆਲੇ ਦੁਆਲੇ ਦੇ ਖੇਤਰਾਂ ਦੇ ਲੋਕਾਂ ਤੋਂ, ਜਿਹੜੇ ਕਿ ਹਰਿਆਣਾ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਹੈ, ਬਈ ਇੱਥੇ ਇੱਕ ਇਨਾਮੀ ਬਾਗ ਆ। ਅੱਜ ਅਸੀਂ ਉਸ ਇਨਾਮੀ ਬਾਗ ਦੇ ਵਿੱਚ ਪਹੁੰਚੇ ਹੋਏ ਹਾਂ। ਸੱਚੀ ਮੁੱਚੀ ਇੱਥੇ ਆ ਕੇ ਇੰਨਾ ਮਨ ਪ੍ਰਸੰਨਚਿਤ ਹੋਇਆ ਵੀ ਪੁੱਛੋ ਹੀ ਕੁਛ ਨਾ। ਇੱਥੇ ਬੱਸੀ ਉਮਰ ਖਾਂ ਪਿੰਡ ਆ ਹਰਿਆਣੇ ਦੇ ਲਾਗੇ। ਇਸ ਪਿੰਡ ਦੀ ਪਛਾਣ ਆ ਇਨਾਮੀ ਬਾਗ ਦੇ ਕਰਕੇ। ਦੇਸ਼ ਦੁਨੀਆ ਦੇ ਵਿੱਚ ਇਨਾਮੀ ਬਾਗ ਦੇ ਬਾਬਤ ਉਹ ਲੋਕ ਜਾਣਦੇ ਆ ਜਿਹੜੇ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਦੇ ਸ਼ੌਕੀਨ ਆ, ਜਿਨ੍ਹਾਂ ਨੂੰ ਪਤਾ ਕਿ ਅੰਬ ਆ ਜਿਹੜੇ ਉਹ ਕਿਹੜੀ ਕਿਸਮ ਦਾ ਕੀ ਹੁੰਦਾ, ਕਿਹਦੇ ਵਿੱਚ ਗੁੱਦਾ ਵੱਧ ਹੁੰਦਾ, ਕਿਹਦੀ ਗਿਟਕ ਛੋਟੀ ਹੁੰਦੀ ਆ। ਇੱਦਾਂ ਜਿਨ੍ਹਾਂ ਨੂੰ ਜੋ ਵੀ ਸਮਝ ਹੈਗੀ ਆ। ਜਿਵੇਂ ਕਿ ਅਸੀਂ ਆਮ ਤੌਰ ਦੇ ਉੱਤੇ ਅੰਬਾਂ ਦੀਆਂ 5-4 ਕਿਸਮਾਂ ਜਾਣਦੇ ਆ ਕਿ ਇਹ ਸੰਧੂਰੀ ਅੰਬ ਆ, ਇਹ ਹੈਗਾ ਜੀ ਦੁਸਹਿਰੀ ਅੰਬ, ਇਹ ਹੈਗਾ ਜੀ ਲੰਗੜਾ ਅੰਬ। ਜਿਵੇਂ 5-4 ਇੱਦਾਂ ਹਰ ਬੰਦੇ ਨੂੰ ਕਿਸਮਾਂ ਪਤਾ ਹੁੰਦੀਆਂ, ਪਰ ਇੱਥੇ ਆ ਕੇ ਅਸੀਂ ਦਰਜਨਾਂ ਦੀ ਗਿਣਤੀ ਦੇ ਵਿੱਚ ਇਹੋ ਜਿਹੀਆਂ ਕਿਸਮਾਂ ਦੇਖੀਆਂ ਜਿਨ੍ਹਾਂ ਦੇ ਬਾਬਤ ਕਦੇ ਸੋਚਿਆ ਹੀ ਨਹੀਂ ਸੀ। ਆਹ ਜਿਹੜਾ ਮੇਰੇ ਹੱਥ ਦੇ ਵਿੱਚ ਅੰਬ ਆ, ਇਹਨੂੰ ਕਹਿੰਦੇ ਜੀ ਵੱਡੀ ਛੱਲੀ ਅੰਬ। ਜਿਹੜਾ ਆਹ ਹੈਗਾ ਇਹ ਉੱਪਰੋਂ ਲਾਲ ਰੰਗ ਦਾ ਅੰਬ ਆ, ਇਹਨੂੰ ਜੀ ਕਹਿੰਦੇ ਆ ਸਫੈਦਾ ਅੰਬ। ਇਸ ਤੋਂ ਇਲਾਵਾ ਆ ਜਿਹੜਾ ਇਹ ਗੋਲੀ ਅੰਬ ਹੈ, ਕੋਈ ਆਂਡਾ ਅੰਬ ਹੈ, ਕੋਈ ਇੱਥੇ ਸ਼ਹਿਦ ਦੀ ਕੁੱਪੀ ਅੰਬ ਹੈ। ਮੈਂ ਹੈਰਾਨ ਹਾਂ ਇਹਨਾਂ ਅੰਬਾਂ ਦੀਆਂ ਕਿਸਮਾਂ ਦੇ ਬਾਰੇ ਜਾਣ ਕੇ। ਜਿਹੜੇ ਨਿੱਕੇ ਨਿੱਕੇ ਅੰਬ ਆ, ਇਉਂ ਲੱਗਦਾ ਵੇਖਣ ਦੇ ਵਿੱਚ ਵੀ ਸ਼ਾਇਦ ਇਹ ਅਚਾਰੀ ਅੰਬ ਹੋਣ ਜਾਂ ਸ਼ਾਇਦ ਇਹ ਵੱਡੇ ਹੋਣਗੇ ਆਕਾਰ ਦੇ ਵਿੱਚ, ਪਰ ਇਦਾਂ ਦੀ ਗੱਲ ਨਹੀਂ ਹੈ। ਇਹ ਇੱਕ ਅੰਬ ਆ ਜਿਹੜਾ ਉਹ ਦੂਜੇ ਅੰਬ ਨੂੰ ਮਾਤ ਪਾਉਂਦਾ ਮਿਠਾਸ ਦੇ ਵਿੱਚ। ਸੋ ਇੱਥੇ ਅਸੀਂ ਆ ਕੇ ਬੜੀਆਂ ਵੱਖਰੀਆਂ ਚੀਜ਼ਾਂ ਦੇਖੀਆਂ। ਅਸੀਂ ਇੱਦਾਂ ਦਾ ਦ੍ਰਿਸ਼ ਕਦੇ ਦੇਖਿਆ ਨਹੀਂ ਸੀਗਾ ਕਿ ਇੱਦਾਂ ਵੀ ਅੰਬਾਂ ਦੇ ਦਰਖਤ ਹੋਣਗੇ, ਅੰਬਾਂ ਦੇ ਬੂਟੇ ਹੋਣਗੇ, ਲੋਕ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਕੇ ਅੰਬ ਲੈ ਕੇ ਜਾਂਦੇ ਹੋਣਗੇ। ਇਹ ਲਗਭਗ 37 ਏਕੜ ਰਕਬੇ ਦੇ ਵਿੱਚ ਇਹ ਸਾਰਾ ਬਾਗ ਹੈਗਾ। ਇਹਦੇ ਵਿੱਚ ਲਗਭਗ 250 ਦੇ ਕਰੀਬ ਬੂਟੇ ਹੈਗੇ ਆ ਅੰਬਾਂ ਦੇ। ਅਤੇ ਇਹ ਜਿਹੜਾ ਅੰਬਾਂ ਦਾ ਬਾਗ ਆ, ਇਹ ਲਗਭਗ 200 ਸਾਲ ਪੁਰਾਣਾ। ਮੁਹੰਮਦ ਹਸਨ ਖਾਨ ਆ ਜਿਹੜੇ, ਉਹ ਇਸ ਬਾਗ ਨੂੰ ਲਵਾਉਣ ਵਾਲੇ ਸੀਗੇ। ਉਹ ਇੱਥੋਂ ਦੇ ਜ਼ੈਲਦਾਰ ਸੀਗੇ, ਯਾਨੀ ਕਿ 2 ਸਦੀਆਂ ਪਹਿਲਾਂ ਦੀ ਇਹ ਗੱਲ ਹੈ, ਜਿਨ੍ਹਾਂ ਦੇ ਵੱਲੋਂ ਇਹ ਇੱਥੇ ਅੰਬਾਂ ਦਾ ਬਾਗ ਲਵਾਇਆ ਗਿਆ ਸੀ। ਵੱਖ-ਵੱਖ ਥਾਵਾਂ ਤੋਂ ਕਲਮਾਂ ਤਿਆਰ ਕਰਵਾ ਕੇ, ਵੱਖ-ਵੱਖ ਥਾਵਾਂ ਤੋਂ ਬੂਟੇ ਲਿਆ ਕੇ ਉਹਨਾਂ ਨੇ ਇਹ ਬਾਗ ਲਵਾਇਆ। ਉਸ ਤੋਂ ਬਾਅਦ ਇਹਦੀ ਸਾਂਭ ਸੰਭਾਲ ਕੀਤੀ। ਉਹ ਅੰਬਾਂ ਦੇ ਬੜੇ ਸ਼ੌਕੀਨ ਸੀ। ਪਰ ਇਹ ਵੀ ਦੱਸਣਾ ਬਣਦਾ ਹੈ ਕਿ ਇਹ 2 ਹੀ ਨੇ ਬਾਗ, ਇੱਕ ਭਾਰਤ ਦੇ ਵਿੱਚ ਇੱਥੇ ਅਤੇ ਇੱਕ ਪਾਕਿਸਤਾਨ ਦੇ ਵਿੱਚ ਹੈ। ਅਤੇ ਉਸ ਥਾਂ ਦੇ ਉੱਤੇ ਵੀ ਅੰਬਾਂ ਦੇ ਬਾਗ ਦੀ ਇਵੇਂ ਸੰਭਾਲ ਕੀਤੀ ਹੋਈ ਹੈ ਜਿਵੇਂ ਕਿ ਇੱਥੇ ਆ। ਇੱਥੇ ਮੋਰ ਕੂਕਦੇ ਆ, ਇੱਥੇ ਮੋਰ ਪਹਿਲਾਂ ਪਾਉਂਦੇ ਅਸੀਂ ਸੁਣੇ ਆ। ਇੱਥੇ ਪਸ਼ੂ ਪੰਛੀ ਆ ਜਿਹੜੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ। ਇਹ ਉਹਨਾਂ ਤੋਂ ਬਚਾਅ ਦੇ ਲਈ ਵੀ ਅੰਬਾਂ ਨੂੰ ਕਈ ਤਰ੍ਹਾਂ ਦੇ ਸੁਰੱਖਿਆ ਦੇ ਢੰਗ ਤਰੀਕੇ ਅਪਣਾਏ ਗਏ ਆ। ਪਰ ਕਮਾਲ ਦੀ ਗੱਲ ਇਹ ਹੈਗੀ ਆ ਕਿ ਇਸ ਜਿਹੜਾ ਅੰਬਾਂ ਦਾ ਬਾਗ ਆ, ਇਹਦੇ ਇਸ ਵਕਤ ਦੇ ਮਾਲਕ ਆ ਜਿਹੜੇ ਉਹ ਇੰਗਲੈਂਡ ਦੇ ਵਿੱਚ ਬੈਠੇ ਆ। ਇੱਥੇ ਹਰਪ੍ਰੀਤ ਸਿੰਘ ਗੋਲਡੀ ਨਾਂ ਦੇ ਸੱਜਣ ਆ ਜਿਹੜੇ ਕਿ ਇਸ ਵਕਤ ਇਸ ਬਾਗ ਨੂੰ ਠੇਕੇ ਦੇ ਉੱਤੇ ਲੈਂਦੇ ਆ, ਅਤੇ ਉਸ ਤੋਂ ਬਾਅਦ ਇੱਥੇ ਉਹ ਅੰਬਾਂ ਦੀ ਦੇਖਭਾਲ ਵੀ ਕਰਦੇ, ਅੰਬ ਤੋੜ ਕੇ ਅਤੇ ਵੇਚਦੇ ਵੀ ਆ। ਅਤੇ ਇੱਕ ਹੋਰ ਕਮਾਲ ਦੀ ਗੱਲ ਇਹ ਆ ਵੀ ਇੱਥੇ ਅੰਬਾਂ ਨੂੰ ਵੇਚਣ ਜਾਣ ਦੀ ਲੋੜ ਨਹੀਂ ਪੈਂਦੀ। ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਪਤਾ ਕਿ ਇਨਾਮੀ ਬਾਗ ਕਿੱਥੇ ਆ, ਅਤੇ ਲੋਕ ਇੱਥੇ ਆਉਂਦੇ ਆ। ਇੱਥੇ ਇੰਨੀਆਂ ਕੁ ਵੱਡੀ ਗਿਣਤੀ ਦੇ ਵਿੱਚ ਲੋਕ ਹੈਗੇ ਆ। ਮੇਰੀ ਬੇਨਤੀ ਆ ਕੈਮਰਾਮੈਨ ਸਾਥੀ ਨੂੰ ਵੀ ਥੋੜ੍ਹਾ ਜਿਹਾ ਘੁਮਾ ਦਿਓ ਕਿ ਲੋਕ ਆ ਨਾ ਜਿਹੜੇ ਉਹ ਦਿਖਾ ਦਿੱਤੇ ਜਾਣ। ਇਹ ਸਾਰੇ ਲੋਕ ਆ ਜਿਹੜੇ ਵੱਖ-ਵੱਖ ਥਾਵਾਂ ਤੋਂ, ਕੋਈ 100 ਕਿਲੋਮੀਟਰ ਤੋਂ, ਕੋਈ 50 ਕਿਲੋਮੀਟਰ ਤੋਂ, ਕੋਈ 20 ਕਿਲੋਮੀਟਰ ਤੋਂ ਲੋਕ ਆਏ ਹੋਏ ਆ, ਵੀ ਜਿਹੜੇ ਇੱਥੇ ਸਿਰਫ ਅਤੇ ਸਿਰਫ ਅੰਬ ਚੂਪਣ ਆਏ ਆ ਜਾਂ ਜਿਹੜੇ ਇੱਥੋਂ ਅੰਬ ਲੈਣ ਆਏ ਆ। ਉਸ ਤੋਂ ਅਗਲੀ ਗੱਲ ਇਹ ਹੈਗੀ ਹੈ ਜੀ ਕਿ ਦੁਆਬੇ ਨੂੰ ਆਪਾਂ ਵੈਸੇ ਵੀ ਅੰਬਾਂ ਦੇ ਖੇਤਰ ਦੇ ਤੌਰ 'ਤੇ ਜਾਣਦੇ ਹਾਂ। ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ, ਤੂੰ ਕਾਹਦਾ ਪਟਵਾਰੀ ਵੀ ਮੁੰਡਾ ਤੇਰਾ ਰੋਵੇ ਅੰਬ ਨੂੰ। ਇਹ ਅਸੀਂ ਗੀਤ ਅਤੇ ਲੋਕ ਬੋਲੀਆਂ ਦੇ ਵਿੱਚ ਸੁਣਦੇ ਆਉਂਦੇ ਹਾਂ। ਪਰ ਇੱਕ ਮੈਂ ਹੋਰ ਇੱਥੇ ਵੱਖਰੀ ਗੱਲ ਦੇਖੀ ਹੈ, ਲੋਕ ਇੱਥੇ ਆਉਂਦੇ ਪਰਿਵਾਰਾਂ ਸਮੇਤ, ਦੋਸਤਾਂ ਦੇ ਸਮੇਤ। ਉਹ ਲੋਕ ਨੇ ਜਿਹੜੇ ਇੱਥੇ ਆ ਕੇ ਅਤੇ ਮੰਜਿਆਂ ਦੇ ਉੱਤੇ ਬੈਠ ਜਾਂਦੇ। ਇੱਥੇ ਮੰਜੇ ਡਾਏ ਹੋਏ ਆ, ਉਹਨਾਂ ਦੇ ਕੋਲੇ ਪਾਣੀ ਦੀਆਂ ਬਾਲਟੀਆਂ ਪਈਆਂ, ਉਹਨਾਂ ਦੇ ਕੋਲੇ ਇੱਕ ਟੋਕਰੀ ਰੱਖ ਦਿੱਤੀ ਜਾਂਦੀ ਹੈ। ਉਹ ਇੱਥੋਂ ਲੈ ਕੇ 5 ਕਿਲੋ 7 ਕਿਲੋ 10 ਕਿਲੋ ਅੰਬ ਲੈ ਕੇ ਉਹਨਾਂ ਨੂੰ ਚੂਪਦੇ ਆ, ਅਤੇ ਇੱਥੇ ਪੂਰੇ ਸਰਸ਼ਾਰ ਹੋ ਕੇ ਆਨੰਦਿਤ ਹੋ ਕੇ ਇੱਥੇ ਵਾਪਸ ਚਲੇ ਜਾਂਦੇ ਆ। ਯਾਨੀ ਕਿ ਇਹ ਜਿਹੜਾ ਖੇਤਰ ਆ ਨਾ, ਮੇਰੀ ਬੇਨਤੀ ਆ ਵੀ ਜਿਹੜੇ ਵੀ ਇਸ ਵਕਤ ਸੱਜਣ ਇਸ ਵੀਡੀਓ ਨੂੰ ਦੇਖ ਰਹੇ ਆ, ਜੇਕਰ ਉਹਨਾਂ ਦਾ ਕਦੇ ਵੀ ਮੌਕਾ ਬਣੇ ਹੁਸ਼ਿਆਰਪੁਰ ਦੇ ਵਿੱਚ ਆਉਣ ਦਾ, ਹਰਿਆਣਾ ਖੇਤਰ ਦੇ ਵਿੱਚ ਆਉਣ ਦਾ, ਤਾਂ ਬੱਸੀ ਉਮਰ ਖਾਂ ਦੇ ਵਿੱਚ ਇੱਕ ਵਾਰ ਆਇਓ ਜ਼ਰੂਰ। ਇੱਥੇ ਤੁਹਾਨੂੰ 200 ਸਾਲ ਪੁਰਾਣੇ ਜਿਹੜੇ ਅੰਬਾਂ ਦੇ ਦਰਖਤ ਮਿਲਣਗੇ, ਉਹਨਾਂ ਨੂੰ ਅੰਬ ਲੱਗੇ ਹੋਏ ਮਿਲਣਗੇ। ਅਸੀਂ ਜਦੋਂ ਬਾਜ਼ਾਰਾਂ ਦੇ ਵਿੱਚੋਂ ਅੰਬ ਲੈਂਦੇ ਆ ਨਾ, ਤਾਂ ਉਹਨਾਂ ਦੇ ਵਿੱਚੋਂ ਇੱਕ ਸਮੈਲ ਜੀ ਆਉਂਦੀ ਹੁੰਦੀ ਆ, ਉਹਨਾਂ ਦੇ ਵਿੱਚੋਂ ਇੱਕ ਅਜੀਬ ਜੀ ਗੰਧਕ ਜੀ ਆਉਂਦੀ ਆ, ਕਿਉਂਕਿ ਉਹਨਾਂ ਨੂੰ ਕਈ ਵਾਰ ਮਸਾਲਾ ਲਾ ਕੇ ਪਕਾਇਆ ਹੁੰਦਾ। ਪਰ ਇਹ ਟਪਕਾ ਅੰਬ ਆ। ਤੁਸੀਂ ਜਿੱਥੇ ਬੈਠੇ ਆ ਉੱਥੇ ਹੋ ਸਕਦਾ ਅਚਾਨਕ ਆ ਕੇ 5 ਅੰਬ ਡਿੱਗ ਪੈਣ ਤੁਹਾਡੇ ਕੋਲੇ, ਕੋਈ ਤੁਹਾਡੇ ਆਲੇ ਦੁਆਲੇ ਡਿੱਗ ਪਵੇ। ਸੋ ਇੱਥੇ ਬੜੀ ਵਧੀਆ ਚੀਜ਼ ਜਿਹੜੀ ਹਰ ਅੰਬ ਆ ਜਿਹੜਾ ਨਾ, ਉਹ ਤੁਹਾਨੂੰ ਇਉਂ ਲੱਗਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਅੰਬ ਖਾਧਾ ਹੀ ਪਹਿਲੀ ਵਾਰ ਆ। ਸੋ ਅੰਬ ਦੀ ਜਿਹੜੀ ਮਹੱਤਤਾ ਇੱਥੇ ਆ ਕੇ ਪਤਾ ਲੱਗੀ ਆ। ਅੰਬ ਫਲਾਂ ਦਾ ਰਾਜਾ, ਅੰਬ ਸਭ ਦੀ ਪਸੰਦ ਆ, ਅੰਬ ਸਭ ਨੂੰ ਚੰਗਾ ਲੱਗਦਾ। ਇਹ ਸੀਜ਼ਨਲ ਫਲ ਆਪਾਂ ਜਾਣਦੇ ਹਾਂ ਕਿ ਮੌਸਮੀ ਫਲਾਂ ਦੇ ਵਿੱਚ ਹੀ ਆਉਂਦਾ। ਸੋ ਅੰਬ ਦੀ ਸਰਦਾਰੀ ਆ ਫਲਾਂ ਦੇ ਵਿੱਚ, ਪਰ ਇਸ ਬਾਗ ਦੀ ਸਰਦਾਰੀ ਕੁੱਲ ਦੁਨੀਆ ਦੇ ਵਿੱਚ ਆ। ਮੈਂ ਅੱਜ ਇੱਕ ਹੋਰ ਵੀ ਗੱਲ ਪੜ੍ਹੀ ਆ, ਆਉਂਦੇ ਹੋਏ ਨੇ ਵੱਖ-ਵੱਖ ਥਾਵਾਂ ਤੋਂ, ਕਈ ਸੱਜਣਾਂ ਤੋਂ ਇੱਥੇ ਜਾਣਕਾਰੀ ਵੀ ਲਈ ਆ, ਗੋਲਡੀ ਬਾਈ ਤੋਂ ਵੀ ਲਈ ਜਾਣਕਾਰੀ। ਉਹਨਾਂ ਨੇ ਇਹ ਗੱਲ ਦੱਸੀ ਹੈ ਜੀ ਕਿ ਇਹਦਾ ਨਾਂ ਇਨਾਮੀ ਬਾਗ ਇਸ ਕਰਕੇ ਪਿਆ
ਕਿਉਂਕਿ ਇਹ ਜਿਹੜਾ ਬਾਗ ਆ ਇੱਥੋਂ ਦੇ ਅੰਬ ਆ ਜਿਹੜੇ ਦਿੱਲੀ ਤੱਕ ਨੁਮਾਇਸ਼ਾਂ ਦੇ ਵਿੱਚ ਜਾਂ ਮੁਕਾਬਲਿਆਂ ਦੇ ਵਿੱਚ ਜਾਂਦੇ ਹੁੰਦੇ ਸੀ, ਕਿਉਂਕਿ ਜਦੋਂ ਰਾਜਾ ਮਹਾਰਾਜਾ ਦਾ ਦੌਰ ਸੀਗਾ, ਅਕਬਰ ਦੇ ਵੇਲੇ ਦਾ ਵੀ ਦੌਰ ਸੀ ਜਾਂ ਹੋਰ ਮਹਾਰਾਜਿਆਂ ਦਾ ਦੌਰ ਸੀਗਾ, ਉਸ ਵਕਤ ਜਦੋਂ ਉਹ ਨੁਮਾਇਸ਼ਾਂ ਲਾਉਂਦੇ ਹੁੰਦੇ ਸੀ ਤਾਂ ਇੱਥੋਂ ਜਾਂਦਾ ਸੀਗਾ ਅੰਬ। ਤੇ ਇੱਥੋਂ ਦਾ ਅੰਬ ਆ ਜਿਹੜਾ ਇਸ ਬਾਗ ਦਾ ਉਹ ਹਮੇਸ਼ਾ ਹੀ ਜਿੱਤਦਾ ਹੁੰਦਾ ਸੀਗਾ। ਐਤਕੀ ਅਸੀਂ ਉਹ ਵੀ ਹੁਣ ਆ ਪਿਛਲੇ ਪਾਸੇ ਬੂਟਾ ਹੈਗਾ ਜਿਹੜਾ ਇਨਾਮੀ ਬਾਗ ਜਿਹਦੇ ਕਰਕੇ ਬਣਿਆ ਹੋਇਆ, ਉਹ ਇਨਾਮੀ ਬੂਟਾ, ਉਹਨੂੰ ਇਨਾਮ ਵਾਲੇ ਜਿਹੜੇ ਅੰਬ ਲੱਗੇ ਆ, ਪਰ ਐਤਕੀ ਉਹਨੂੰ ਬਹੁਤ ਘੱਟ ਲੱਗੇ ਆ। ਤੇ ਹੋਰ ਜਿਹੜੇ ਬੂਟੇ ਆ ਉਹ ਬਹੁਤ ਲੱਦੇ ਹੋਏ ਆ ਫਲਾਂ ਦੇ। ਤੁਹਾਡੇ ਸਾਹਮਣੇ ਜਿਹੜੇ ਪੰਛੀ ਆ ਉਹ ਟੁੱਕ ਟੁੱਕ ਕੇ ਥੱਲੇ ਸੁੱਟ ਦਿੰਦੇ ਆ, ਪਟਾਸ਼ ਦੇ ਨਾਲ ਪਟਾਕਾ ਪਾ ਕੇ, ਤੇ ਫਿਰ ਉਹਨਾਂ ਨੂੰ ਡਰਾਇਆ ਜਾਂਦਾ ਤੇ ਉਹ ਉੱਡ ਜਾਂਦੇ ਆ। ਪਸ਼ੂ ਪੰਛੀ ਆ ਜਿਹੜੇ ਉਹਨਾਂ ਨੂੰ ਦੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਮੈਂ ਸੱਜਣਾ ਨੂੰ ਇੱਥੇ ਪੁੱਛਿਆ, ਮੈਂ ਆਖਿਆ ਜੀ ਇਹ ਪਸ਼ੂ ਪੰਛੀ ਨੇ ਜਿਹੜੇ, ਉਹਨਾਂ ਦੇ ਬਾਬਤ ਫਿਰ ਤੁਸੀਂ ਕਿਵੇਂ ਰਾਖੀ ਕਰਦੇ ਹੋ? ਕਹਿੰਦੇ ਜੀ ਅਸੀਂ ਇੱਕ ਦੋ ਬੂਟੇ ਵੈਸੇ ਹੀ ਕੁਦਰਤ ਦੇ ਲਈ ਇਹਨਾਂ ਪਸ਼ੂ ਪੰਛੀਆਂ ਦੇ ਲਈ ਛੱਡ ਦਿੰਦੇ ਆ। ਜਿਵੇਂ ਕਿਸਾਨ ਹੁੰਦਾ ਨਾ, ਆਪਣੇ ਖੇਤ ਦੇ ਵਿੱਚ ਕਣਕ ਆ ਜਿਹੜੀ ਉਹ ਮਰਲਾ ਕੇ ਛੱਡ ਦਿੰਦਾ ਵੱਢਣ ਤੋਂ ਬਾਅਦ, ਜਾਂ ਝੋਨਾ ਵੀ ਜਾਂ ਕੋਈ ਵੀ ਹੋਰ ਚੀਜ਼, ਅਸੀਂ ਕਹਿ ਦਿੰਦੇ ਜੀ ਇਹ ਚਿੜੀਆਂ ਜਨੌਰਾਂ ਦੇ ਭਾਗਾਂ ਦੀ ਆ। ਉਸੇ ਤਰੀਕੇ ਨਾਲ ਇਹ ਵੀ ਛੱਡ ਦਿੰਦੇ ਆ। ਇਹ ਵੀ ਇੱਕ ਕਮਾਲ ਦੀ ਗੱਲ ਆ। ਇਹ ਜਿਹੜੇ ਦਰਖਤ ਆ ਇਸ ਵਕਤ ਬੁੱਢੇ ਹੋ ਰਹੇ ਆ, ਤੇ ਮੈਨੂੰ ਉਹਨਾਂ ਨੇ ਦੱਸਿਆ ਜੀ ਕਿ ਪਹਿਲਾਂ ਜਿਹੜੇ ਇੱਥੋਂ ਦੇ ਮਾਲਕ ਨੇ ਉਹਨਾਂ ਨੇ ਇਸ ਬਾਗ ਨੂੰ ਪਟਵਾਉਣਾ ਸ਼ੁਰੂ ਕਰਤਾ ਸੀਗਾ, ਪਰ ਇਹਦੀ ਦੁਨੀਆ ਭਰ ਦੇ ਵਿੱਚ ਅਹਿਮੀਅਤ ਇੰਨੀ ਆ ਬਈ ਇੱਥੇ ਸਰਕਾਰ ਨੇ ਫਿਰ ਇਹਨੂੰ ਆਪਣੇ ਅਧਿਕਾਰ ਖੇਤਰ ਦੇ ਵਿੱਚ ਲੈ ਲਿਆ। ਜ਼ਮੀਨ ਉਹਨਾਂ ਦੀ ਆ, ਵੱਟ ਤੋਂ ਉਹ ਕਰ ਸਕਦੇ ਆ, ਸਾਂਭ ਸੰਭਾਲ ਉਹ ਕਰਨਗੇ, ਠੇਕੇ ਤੇ ਮਾਲਕ ਦੇ ਸਕਦੇ ਆ, ਪਰ ਇਹਨਾਂ ਬੂਟਿਆਂ ਨੂੰ ਕੋਈ ਵੀ ਪੱਟ ਨਹੀਂ ਸਕਦਾ। ਇਹ ਸਰਕਾਰ ਨੇ, ਵਣ ਵਿਭਾਗ ਨੇ, ਜੰਗਲਾਤ ਮਹਿਕਮੇ ਨੇ ਆਪਣੇ ਅਧੀਨ ਕੰਮਕਾਜ ਕੀਤਾ। ਕੱਲੇ ਕੱਲੇ ਬੂਟੇ ਦੇ ਉੱਤੇ ਨੰਬਰ ਲਾਇਆ ਹੋਇਆ, ਤੇ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਜਿਹੜੇ ਇਹ ਠੇਕੇ ਦੇ ਉੱਤੇ ਲੈਂਦੇ ਨੇ ਅੰਬ, ਤੇ ਉਹ ਇੱਦਾਂ ਜਾਣਦੇ ਜਿਵੇਂ ਆਪਾਂ ਨਿਆਣਿਆਂ ਦੇ ਨਾਂ ਜਾਣਦੇ ਹੁੰਦੇ ਕਿ ਆਹ ਮੇਰਾ ਬੱਚਾ ਗੋਲਡੀ ਆ, ਆਹ ਮੇਰਾ ਬੱਚਾ ਰਿੰਕੂ ਆ, ਆਹ ਮੇਰਾ ਬੱਚਾ ਜੁਗਰਾਜ ਆ। ਉਹਨਾਂ ਨੂੰ ਪਤਾ ਜੀ ਕਿ ਉਹ ਗੋਲੀ ਅੰਬ ਦਾ ਬੂਟਾ, ਉਹ ਹੈਗਾ ਜੀ ਆਂਡਾ ਅੰਬ ਦਾ ਬੂਟਾ, ਉਹ ਹੈਗਾ ਜੀ ਛੱਲੀ ਅੰਬ ਦਾ ਬੂਟਾ, ਉਹ ਸੰਧੂਰੀ ਅੰਬ ਦਾ ਬੂਟਾ, ਉਹ ਸਫੈਦਾ ਅੰਬ ਦਾ ਬੂਟਾ। ਇੱਦਾਂ ਦੀ ਗੱਲ ਹੈ। ਸੋ ਇਸ ਥਾਂ ਦੇ ਉੱਤੇ ਆ ਕੇ ਮੇਰਾ ਖਿਆਲ ਹੈ ਵੀ ਤੁਸੀਂ ਕੁਦਰਤ ਦੇ ਨਾਲ ਇੱਕਮਿਕ ਹੋ ਜਾਂਦੇ ਆ, ਬਹੁਤ ਹੀ ਨਜ਼ਾਰਾ ਆਉਂਦਾ, ਕਮਾਲ ਹੋ ਜਾਂਦੀ ਆ। ਜਦੋਂ ਅਸੀਂ ਨਿਊਜ਼ੀਲੈਂਡ ਦੇ ਵਿੱਚ ਗਏ ਸੀ ਨਾ, ਉੱਥੇ ਇੱਕ ਟੀ ਪੁੱਕੀ ਨਾਂ ਦੀ ਥਾਂ, ਟੀ ਪੁੱਕੀ, ਉਹ ਕੈਪੀਟਲ ਕਹਿੰਦੇ ਉਹਨੂੰ, ਰਾਜਧਾਨੀ ਕਹਿੰਦੇ ਕੀਵੀ ਫਰੂਟ ਦੀ, ਕੀਵੀ ਫਲ ਦੀ। ਸੋ ਬਿਲਕੁਲ ਮੈਨੂੰ ਇੱਥੇ ਆ ਕੇ ਉਹ ਲੱਗਾ ਵੀ ਜਿਵੇਂ ਇਹ ਜਿਹੜਾ ਹੈਗਾ ਬੱਸੀ ਉਮਰ ਖਾਂ ਪਿੰਡ ਜਿਹੜਾ ਇਹ ਇਨਾਮੀ ਬਾਗ ਆ, ਇਹ ਮੈਨੂੰ ਲੱਗਾ ਜੀ ਕਿ ਅੰਬਾਂ ਦੀ ਇਹ ਟੀ ਪੁੱਕੀ ਅਸਲ ਦੇ ਵਿੱਚ ਵੀ ਉਹੋ ਜਿਹਾ ਇੱਥੇ ਸਵਾਦ ਆਇਆ ਆ ਕੇ, ਤੇ ਬਹੁਤ ਚੰਗੀ ਲੱਗੀ ਗੱਲ। ਤੇ ਤੁਸੀਂ ਜ਼ਰੂਰ ਇੱਥੇ ਪਹੁੰਚੋ ਜੇਕਰ ਤੁਹਾਡੇ ਕੋਲੇ ਜ਼ਿੰਦਗੀ ਦੇ ਵਿੱਚ ਕਦੇ ਸਮਾਂ ਲੱਗੇ। ਅੰਬ ਫਲਾਂ ਦਾ ਰਾਜਾ, ਲੋਕ ਪੰਜਾਬੀ ਜਿਹੜੇ ਦਿਲਾਂ ਦੇ ਰਾਜੇ ਤੇ ਸ਼ੌਕੀਨ ਨੇ ਜਿਹੜੇ, ਉਹ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੁਣ ਵੀ ਖੜੇ। ਮੇਰੀ ਬੇਨਤੀ ਹੈ ਇੱਕ ਵਾਰ ਫਿਰ ਕਿ ਜਿਹੜੇ ਲੋਕ ਹੁਣ ਨਵੇਂ ਜੁੜੇ ਇੱਥੇ, ਥੋੜ੍ਹਾ ਕੈਮਰਾ ਜਿਹੜਾ ਨਾ ਉਹ ਨੇੜੇ ਕਰਕੇ ਜ਼ੂਮ ਕਰਕੇ ਤੇ ਦਿਖਾ ਦਿੱਤੇ ਜਾਣ ਕਿ ਆ ਜੀ ਲੋਕ ਇੱਥੇ, ਇਹ ਸਾਰੇ ਜਿਹੜੇ ਸੱਜਣ ਦਿਸਦੇ ਤੁਹਾਨੂੰ ਸ਼ਾਇਦ ਥੋੜ੍ਹੇ ਜਿਹੇ ਧੁੰਦਲੇ ਦੱਸਦੇ ਹੋਣ ਵੀ ਇਹ ਇਸ ਵਕਤ ਅੰਬ ਲੈਣ ਆਏ ਆ। ਕਈ ਲੋਕ ਇੱਥੇ ਗੱਡੀਆਂ ਤੇ ਆਉਂਦੇ 100-100 ਕਿਲੋਮੀਟਰ ਦੂਰੋਂ ਚੱਲ ਕੇ, ਤੇ ਉਹ ਇੱਥੇ ਬੈਠ ਕੇ ਅੰਬ ਆ ਜਿਹੜੇ ਉਹ ਝੂਕਦੇ ਆ, ਆਪਣੇ ਬੱਚਿਆਂ ਸਮੇਤ ਆਉਂਦੇ ਆ। ਸੋ ਤੁਸੀਂ ਵੀ ਜੇਕਰ ਸਮਾਂ ਲੱਗੇ ਤਾਂ ਜ਼ਰੂਰ ਆਇਓ, ਤੁਹਾਨੂੰ ਚੰਗਾ ਲੱਗੂਗਾ ਵੀ ਅਸੀਂ ਕੁਦਰਤ ਦੀ ਗੋਦੀ ਦੇ ਵਿੱਚ ਬੈਠ ਕੇ ਤੇ ਕੁਦਰਤੀ ਫਲਾਂ ਦਾ ਆਨੰਦ ਮਾਣਿਆ। ਕਿਉਂਕਿ ਕੱਚਾ ਫਲ ਤੋੜਿਆ ਜਾਂਦਾ, ਬਾਅਦ ਦੇ ਵਿੱਚ ਰਾਤੋਂ ਰਾਤੋਂ ਪੱਕ ਜਾਂਦਾ, ਪਰ ਇਹ ਉਵੇਂ ਹੀ ਆ ਜਿਵੇਂ ਕਿ ਉੱਤੋਂ ਡਿੱਗਦਾ, ਜਿਵੇਂ ਕਿ ਦਰਖਤ ਤੋਂ ਡਿੱਗਦਾ, ਇਹਨੂੰ ਤੋੜਿਆ ਨਹੀਂ ਜਾਂਦਾ। ਸੋ ਇਹਨਾਂ ਦਾ ਆਪਣਾ ਕਾਰੋਬਾਰ ਵੀ ਆ, ਇਹ ਚੰਗੇ ਬੰਦੇ ਆ, ਤੁਹਾਡੀ ਕਦਰ ਕਰਨਗੇ। ਇਹਨਾਂ ਨੂੰ ਤਾਂ ਚਾਅ ਚੜ੍ਹ ਜਾਂਦਾ ਜਿਹੜੇ ਇੱਥੋਂ ਦੇ ਪ੍ਰਬੰਧਕ ਆ, ਗੋਲਡੀ ਹੋਰੀ, ਵੀ ਇਸ ਬੰਦੇ ਨੂੰ ਅਸੀਂ ਜਾਣਦੇ ਆ, ਇਹ ਸਾਡੇ ਭੈਣ ਭਰਾ ਦੂਰ ਤੋਂ ਆਏ ਆ। ਉਹ ਸਾਰਿਆਂ ਨੂੰ ਇਹ ਗੱਲ ਕਹਿੰਦੇ ਜੀ ਕਿ ਤੋੜੋ ਨਾ ਅੰਬ। ਕਈ ਬੰਦੇ ਪਿਛਲੇ ਪਾਸੇ ਚੋਰੀ ਵੀ ਕਰਦੇ ਵੇਖੇ ਅਸੀਂ ਅੰਬ, ਉਹ ਉੱਥੇ ਜਾ ਕੇ ਥੋੜ੍ਹਾ ਜਿਹਾ ਦਬਕਾ ਜਿਹਾ ਵੀ ਮਾਰਦੇ ਆ ਵੀ ਤੁਸੀਂ ਇੱਥੇ ਆ ਕੇ ਚੂਪ ਲਓ, ਤੁਸੀਂ ਜੋ ਮਰਜ਼ੀ ਇੱਥੇ ਬੈਠ ਕੇ ਚੂਪੋ, 5 ਕਿਲੋ 7 ਕਿਲੋ ਅੰਬ ਭਾਵੇਂ ਚੂਪ ਲਓ ਇੱਥੇ ਬਹਿ ਕੇ, ਆਪਦੇ ਦੋਸਤ ਲੈ ਕੇ ਆਓ, ਪਰ ਚੋਰੀ ਕਿਹੜੀ ਗੱਲੋਂ ਕਰਦੇ ਆ? ਚੋਰੀ ਨਾ ਕਰੋ। ਇਹ ਵੀ ਇਸ ਗੱਲ ਦੀ ਬੇਨਤੀ ਆ। ਇਹ ਜਿਹੜੇ ਕੁਦਰਤੀ ਵਸੀਲੇ ਆ ਉਹਨਾਂ ਦੀ ਕਦਰ ਵੀ ਕਰਨੀ ਸਿੱਖੀਏ। ਅਸੀਂ ਦਰਖਤ ਵੀ ਲਾਈਏ, ਅਸੀਂ ਅੰਬਾਂ ਦੇ ਦਰਖਤ ਵੀ ਬਚਾਈਏ, ਬਾਕੀ ਵੀ ਦਰਖਤਾਂ ਨੂੰ ਬਚਾਉਣਾ ਚਾਹੀਦਾ। ਸੋ ਮਨੁੱਖ ਆ ਜਿਹੜਾ ਉਹ ਵੱਖ-ਵੱਖ ਸਵਾਦਾਂ ਦੇ ਵਿੱਚ ਗੜੂੰਦ ਰਹਿੰਦਾ, ਤੇ ਇਸ ਥਾਂ ਦੇ ਉੱਤੇ ਆ ਕੇ ਸੱਚੀ ਮੁੱਚੀ ਚੰਗਾ ਲੱਗਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਦੇਸ਼ ਦੁਨੀਆ ਦੇ ਵਿੱਚ ਚਰਚਾ ਛਿੜੇ ਕਿ ਇੱਕ ਇਨਾਮੀ ਬਾਗ ਵੀ ਆ, ਉਹ ਹੈਗਾ ਬੱਸੀ ਉਮਰ ਖਾਂ ਪਿੰਡ ਦੇ ਵਿੱਚ। ਉੱਥੇ ਮੌਸਮ ਦੇ ਮੁਤਾਬਕ ਜੇਕਰ ਤੁਸੀਂ ਚਾਹੋ ਤਾਂ ਅੰਬਾਂ ਦੇ ਸਵਾਦ ਲੈ ਸਕਦੇ ਹੋ। ਬਹੁਤ ਬਹੁਤ ਮਿਹਰਬਾਨੀ। 37 ਕਿਸਮ ਦੀਆਂ ਜਿਹੜੀਆਂ ਗੱਲਾਂ ਉਹ ਅੱਜ ਸਾਨੂੰ ਦੱਸੀਆਂ ਇੱਥੇ ਗੋਲਡੀ ਬਾਈ ਨੇ। ਉਹ ਕਹਿੰਦੇ ਵੀ 37 ਕਿਸਮਾਂ ਤਾਂ ਮੇਰੇ ਮੂੰਹ ਜ਼ਬਾਨੀ ਚੇਤੇ ਆ, 37 ਕਿਸਮਾਂ ਤਾਂ ਅਸੀਂ ਇੱਥੋਂ ਤੋੜਦੇ ਹਾਂ, ਆ ਇਸ ਕਿਸਮ ਦਾ, ਆ ਇਸ ਕਿਸਮ ਦਾ, ਪਰ ਜਿਹੜਾ ਆਂਡਾ ਅੰਬ ਆ ਉਹ ਸੱਚੀ ਮੁੱਚੀ ਕਮਾਲ ਆ। ਉਹਨੂੰ ਤੁਸੀਂ ਉੱਤੋਂ ਛਿੱਲਦੇ ਆ ਜਿਵੇਂ ਆਂਡੇ ਨੂੰ ਛਿੱਲਦੇ ਆ, ਤੇ ਫਿਰ ਖਾਧਾ ਜਾਂਦਾ। ਸੋ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ।